हाँ जी, चैप्टर नंबर 7। सो देखो इस चैप्टर में आप 10 टॉपिक करांगे। सो फर्स्ट टॉपिक ही है एक्सपोनेंट एंड थर्ड। सो सेकंड टॉपिक ही है स्केयर एंड क्यूब एंड थर्ड टॉपिक ही है स्केयर रूट एंड क्यूब रूट। ठीक है। सो एक्सपोनेंट अपना की ਹੁੰਦਾ ਉਹਦੇ ਬਾਰੇ ਦੇਖੋ ਕਿ ਜਦੋਂ ਕੋਈ ਆਪਣਾ ਬੇਸ ਹੈ ਉਹ ਪਾਵਰ ਦੇ ਵਿੱਚ ਲਿਖਿਆ ਆ ਜੇ, ਠੀਕ ਹੈ, ਉਹ ਆਪਣਾ ਕਹਿੰਦਾ ਐਕਸਪੋਨੈਂਟ ਦੀ ਫਾਰਮ ਹੁੰਦੀ ਹੈ। ਠੀਕ ਹੈ। ਤੇ ਥਰਡ ਮੀਨ ਜਦੋਂ ਕੋਈ ਬੇਸ ਦੀ ਪਾਵਰ ਫ੍ਰੈਕਸ਼ਨ ਵਿੱਚ ਆ ਜੇ, ਬੇਸ ਦੀ ਪਾਵਰ ਕੀ ਹੈ ਫ੍ਰੈਕਸ਼ਨ ਚ ਆ ਜੇ 1/3 2/3, ਉਹ ਕਹਿੰਦੇ ਆਪਣੀ ਥਰਡ ਹੁੰਦੀ ਹੈ। ਓਕੇ। ਸੋ ਦੇਖੋ ਟੌਪਿਕ ਜੋ ਥਰਡ ਆਪਣਾ ਉਹਦੇ ਵਿੱਚ ਪੇਪਰ 'ਚ 2011 ਵਿੱਚ 2 ਸਵਾਲ ਆਏ ਹੈ, 2013 ਵਿੱਚ 2 ਸਵਾਲ, 14 ਵਿੱਚ 2 ਸਵਾਲ, 2015 ਵਿੱਚ 3 ਸਵਾਲ ਅਤੇ 2016 ਵਿੱਚ 1 ਸਵਾਲ। ਅਤੇ ਸੈਕਿੰਡ ਟੌਪਿਕ ਸਕੇਅਰ ਐਂਡ ਕਿਊਬ। ਸੋ ਇਹਦੇ ਵਿੱਚੋਂ ਜੋ ਪੇਪਰ ਹੈ, ਸੋ ਇਸ ਟੌਪਿਕ ਵਿੱਚੋਂ 2013 ਵਿੱਚ 1 ਸਵਾਲ, 14 ਵਿੱਚ 1 ਅਤੇ 18 ਵਿੱਚ 1 ਸਵਾਲ ਆਇਆ ਹੈ। ਅਤੇ ਜੋ ਟੌਪਿਕ ਨੰਬਰ ਆਪਣਾ ਥਰਡ ਹੈ ਸਕੇਅਰ ਰੂਟ ਅਤੇ ਕਿਊਬ ਰੂਟ, 2011 ਵਿੱਚ 1 ਸਵਾਲ, 15 ਵਿੱਚ 2 ਅਤੇ 16 ਵਿੱਚ 2 ਸਵਾਲ ਪੇਪਰ 'ਚ ਆ ਚੁੱਕੇ ਨੇ। ਠੀਕ ਹੈ। ਸੋ ਬਸ ਫਸਟ ਟੌਪਿਕ ਸੋਲਵ ਕਰਦੇ ਹਾਂ ਐਕਸਪੋਨੈਂਟ ਐਂਡ ਥਰਡ। ਸੋ ਜੋ 2011 ਵਿੱਚ ਪੇਪਰ ਵਿੱਚ ਸਵਾਲ ਆਏ ਸੀ ਉਹਦੇ ਬਾਰੇ ਆਪਾਂ ਡਿਸਕਸ਼ਨ ਕਰਦੇ ਹਾਂ। ਦੇਖੋ ਸੋ ਆਪਣੇ ਕੋਲ 4 ਨੰਬਰ ਗਿਵਨ ਨੇ, √3 + √5, √2 + √6, √8 ਐਂਡ √11 - √3। ਸੋ ਇਹਨਾਂ ਚਾਰਾਂ ਨੰਬਰਾਂ ਨੂੰ ਆਪਾਂ ਅਸੈਂਡਿੰਗ ਆਰਡਰ ਵਿੱਚ ਅਰੇਂਜ ਕਰਨਾ ਹੈ। ਸੋ ਦੇਖੋ ਫਸਟ ਆਪਾਂ ਗੱਲ ਕਰਦੇ ਹਾਂ ਆਪਣੇ ਕੋਲ ਜੋ ਨੰਬਰ ਗਿਵਨ ਨੇ √3 + √5, ਓਕੇ, ਅਤੇ √2 + √6, √8 √11 - √3। ਓਕੇ। ਸਭ ਤੋਂ ਪਹਿਲਾਂ ਆਪਾਂ ਇਹਨਾਂ ਨੰਬਰਾਂ ਦੀ ਮਲਟੀਪਲਾਈ ਕਰ ਦਿੰਦੇ ਹਾਂ, ਠੀਕ ਹੈ, ਵਿਦ ਸਾਈਨ। ਸੋ 3 ਦੀ ਮਲਟੀਪਲਾਈ 5 ਨਾਲ ਕੀਤੀ 15 ਆ ਜਾਏਗਾ, 2 ਦੀ ਮਲਟੀਪਲਾਈ 6 ਨਾਲ ਕੀਤੀ 12 ਆ ਜਾਏਗਾ, ਸੋ 8 ਆਪਣਾ 8 ਹੀ ਰਹਿ ਜਾਏਗਾ, 11 ਦੀ ਮਲਟੀਪਲਾਈ -3 ਨਾਲ ਕੀਤੀ -33। ਓਕੇ। ਸੋ ਹੁਣ ਆਪਾਂ ਇਹਨਾਂ ਨੰਬਰਾਂ ਨੂੰ ਅਸੈਂਡਿੰਗ ਆਰਡਰ ਵਿੱਚ ਅਰੇਂਜ ਕਰਾਂਗੇ। ਸੋ ਯੂ ਕੈਨ ਨੈਗੇਟਿਵ ਨੰਬਰ ਆਈਓ ਕਿ ਸਭ ਤੋਂ ਸਮੋਲੈਸਟ ਨੰਬਰ ਹੁੰਦਾ ਹੈ। ਸੋ ਇਟ ਮੀਨ ਇਹ ਨੰਬਰ ਆਪਣਾ ਫਸਟ ਨੰਬਰ ਦੇਗਾ, ਸੋ ਇਹ ਸੈਕਿੰਡ 'ਤੇ, ਇਹ ਥਰਡ 'ਤੇ, ਇਹ ਫੋਰਥ ਨੰਬਰ 'ਤੇ। ਓਕੇ। ਸੋ ਇਟ ਮੀਨ -33, ਫਿਰ 8 ਆਏਗਾ, ਫਿਰ 12 ਆਏਗਾ, ਫਿਰ 15 ਆਏਗਾ। ਸੋ ਉਸ ਤੋਂ ਬਾਅਦ -33 ਕਿਹੜੇ ਨੰਬਰ ਤੋਂ ਆ ਰਿਹਾ ਆਪਣਾ -11 √11 - √3। ਸੋ 8 ਕਿਹੜੇ ਨੰਬਰ ਤੋਂ ਆ ਰਿਹਾ √8 ਤੋਂ ਆ ਰਿਹਾ। ਸੋ 12 ਕਿਹੜੇ ਨੰਬਰ ਤੋਂ ਆ ਰਿਹਾ √2 + √6 ਤੋਂ ਆ ਰਿਹਾ। ਸੋ 15 ਕਿਹੜੇ ਨੰਬਰ ਤੋਂ ਆ ਰਿਹਾ √3 + √5 ਆ ਰਿਹਾ। ਸੋ ਇਹ ਆਪਣਾ ਕੀ ਹੈ ਅਸੈਂਡਿੰਗ ਆਰਡਰ ਦਾ ਪੈਟਰਨ ਹੈ। ਸੋ ਦੇਖੋ ਹੁਣ ਜੋ ਇਹ ਨੰਬਰ ਹੈ ਆਪਾਂ ਨੂੰ ਕਿਹੜੀ ਆਪਸ਼ਨ ਵਿੱਚ ਮਿਲ ਰਿਹਾ, ਦੇਖੋ ਕਿ 11 - √3, √11 - √3 ਇਹ ਰਿਹਾ, ਫਿਰ √8 ਇਹ ਰਿਹਾ, ਉਸ ਤੋਂ ਬਾਅਦ √2 + √6 ਇਹ ਰਿਹਾ, ਸੋ ਉਸ ਤੋਂ ਬਾਅਦ √3 + √5। ਓਕੇ। ਸੋ ਇਟ ਮੀਨ ਆਪਸ਼ਨ ਨੰਬਰ 4 ਆਪਣਾ ਕੀ ਹੈ ਆਂਸਰ ਹੈ। ਠੀਕ। ਹਾਂਜੀ, ਸਮ ਨੰਬਰ ਸੈਕਿੰਡ। ਸੋ ਇਹ ਸਵਾਲ ਵੀ ਪੇਪਰ 2011 ਵਿੱਚ ਆਇਆ ਸੀ। ਸੋ ਆਪਾਂ ਨੂੰ m ਐਂਡ n ਦੋ ਹੋਲ ਨੰਬਰ ਗਿਵਨ ਹੈ। ਸੋ m ਦੀ ਪਾਵਰ n ਇਜ਼ ਇਕੁਅਲ ਟੂ 121 ਗਿਵਨ ਹੈ। ਸੋ ਦੈਨ ਆਪਾਂ n ਦੀ ਪਾਵਰ m ਦੀ ਵੈਲਿਊ ਫਾਈਂਡ ਕਰਨੀ ਹੈ। ਸੋ ਦੇਖੋ n ਦੀ ਪਾਵਰ m ਆਪਾਂ ਕੀ ਹੈ ਫਾਈਂਡ ਕਰਨਾ ਹੈ। ਸੋ ਗਿਵਨ ਕੀ ਹੈ m ਦੀ ਪਾਵਰ n ਇਜ਼ ਇਕੁਅਲ ਟੂ 121। ਸੋ 121 ਨੂੰ ਇਹਦੀ ਫਾਰਮ ਵਿੱਚ ਲਿਖਾਂਗੇ, ਠੀਕ ਹੈ, ਮੀਨ ਐਕਸਪੋਨੈਂਟ ਦੀ ਫਾਰਮ ਵਿੱਚ ਲਿਖਾਂਗੇ। ਸੋ m ਦੀ ਪਾਵਰ n ਇਜ਼ ਇਕੁਅਲ ਟੂ 11 ਦੀ ਪਾਵਰ 2, ਠੀਕ, 121 ਨੂੰ ਲਿਖਿਆ ਆਪਾਂ 11 ਦੀ ਪਾਵਰ 2। ਸੋ m ਹੁਣ ਆਪਾਂ ਇਹਨਾਂ ਦੋਨਾਂ ਨੂੰ ਐਕਸਪੋਨੈਂਟ ਨੂੰ ਇਕੁਅਲ ਕਰਾਂਗੇ। ਸੋ m ਦੀ ਵੈਲਿਊ ਕਿੰਨੀ ਹੈ 11, n ਦੀ ਵੈਲਿਊ ਕਿੰਨੀ ਹੈ 2, m ਇਜ਼ ਇਕੁਅਲ ਟੂ 11, n ਇਜ਼ ਇਕੁਅਲ ਟੂ 2। ਸੋ ਹੁਣ ਆਪਾਂ ਇਹਨਾਂ ਦੋਨਾਂ ਵੈਲਿਊ ਨੂੰ ਇਸ ਫਾਰਮੂਲੇ ਵਿੱਚ ਇਸ ਕੰਡੀਸ਼ਨ ਵਿੱਚ ਪੁੱਟ ਕਰਾਂਗੇ। ਸੋ ਦੇਖੋ 2 ਦੀ ਪਾਵਰ 11, ਸੋ 2 ਨੂੰ ਆਪਾਂ 11 ਟਾਈਮ ਮਲਟੀਪਲਾਈ ਕਰੀਏ, ਆਪਣਾ ਆਂਸਰ ਆਏਗਾ 2048। ਓਕੇ। ਸੋ ਕਿਵੇਂ ਕਰਾਂਗੇ ਇਹਦੇ ਬਾਰੇ ਦੇਖੋ ਕਿ 2 ਨੂੰ ਆਪਾਂ 11 ਟਾਈਮ ਲਿਖ ਲੈਂਦੇ ਹਾਂ। ਓਕੇ। ਸੋ ਦੇਖੋ 2 2 ਜਾਂ 4, 4 2 ਜਾਂ 8, 16, 32, 64, 128 ਐਂਡ 256। ਸੋ ਇੱਥੋਂ ਤੱਕ ਆਪਾਂ ਬੜੇ ਆਰਾਮ ਨਾਲ ਮਲਟੀਪਲਾਈ ਕਰ ਸਕਦੇ ਹਾਂ। ਸੋ ਇਸ ਤੋਂ ਬਾਅਦ ਥੋੜ੍ਹਾ ਦੇਖੋ ਧਿਆਨ ਨਾਲ, ਹੁਣ 256 ਦੀ ਮਲਟੀਪਲਾਈ 2 ਨਾਲ ਕਰਾਂਗੇ, ਦੈਨ ਆਪਾਂ ਕੀ ਸਿੰਪਲ ਲਾਸਟ ਡਿਜਿਟ ਸੋਚ ਲਓ ਕੀ ਹੁੰਦਾ ਹੈ। ਸੋ ਲਾਸਟ ਡਿਜਿਟ ਆਪਣਾ 2 ਹੋਏਗਾ ਨਾ, ਸੋ ਇਸ ਲਾਸਟ ਡਿਜਿਟ ਦੀ ਮਲਟੀਪਲਾਈ 8 ਨਾਲ ਕਰਾਂਗੇ, ਸੋ ਆਪਾਂ ਨੂੰ ਲਾਸਟ ਡਿਜਿਟ 4 ਮਿਲ ਜਾਏਗਾ। ਸੋ ਇਸ 4 ਲਾਸਟ ਵਾਲਾ ਡਿਜਿਟ 4 ਹੈ, ਇਹਦੀ ਮਲਟੀਪਲਾਈ ਇਹਦੇ ਨਾਲ ਕਰਾਂਗੇ,
ਸੋ ਆਪਾਂ ਨੂੰ ਲਾਸਟ ਡਿਜਿਟ 8 ਮਿਲ ਜੇਗਾ। ਸੋ ਇਹਨਾਂ ਚਾਰਾਂ ਆਪਸ਼ਨਾਂ ਵਿੱਚੋਂ ਦੇਖੋ ਧਿਆਨ ਨਾਲ, ਆਪਾਂ ਨੂੰ ਲਾਸਟ ਡਿਜਿਟ 8 ਕਿਹੜੀ ਆਪਸ਼ਨ ਮਿਲ ਰਿਹਾ? ਥਰਡ ਵਿੱਚ। ਸੋ ਆਪਸ਼ਨ ਨੰਬਰ 3 ਆਪਣਾ ਕੀ ਹੈ? ਆਂਸਰ ਹੋ ਜਾਏਗਾ। ਠੀਕ। ਸੋ ਉਸ ਤੋਂ ਬਾਅਦ ਦੇਖੋ ਪੇਪਰ ਜੂਨ 2013 ਵਿੱਚ ਜੋ ਸਵਾਲ ਆਇਆ ਸੀ ਕਿ ਆਪਣੇ ਕੋਲ 180 ਕੀ ਹੈ ਗਿਵਨ ਇੱਕ ਨੰਬਰ, ਸੋ ਉਹਨੂੰ ਆਪਾਂ ਪ੍ਰੋਡਕਟ ਦੀ ਫਾਰਮ 'ਚ ਰੀਪ੍ਰਜੈਂਟ ਕਰਨਾ ਹੈ। ਸੋ ਜਦੋਂ ਉਹਨੂੰ ਆਪਾਂ ਪ੍ਰੋਡਕਟ ਦੀ ਫਾਰਮ 'ਚ ਰੀਪ੍ਰਜੈਂਟ ਕਰਾਂਗੇ ਦੈਨ ਆਪਣੀ ਫਾਰਮ ਬਣੀ 2 ਦੀ ਪਾਵਰ 2 3 ਦੀ ਪਾਵਰ a ਐਂਡ b। ਓਕੇ, ਇਹ ਫਾਰਮ ਬਣੇਗੀ। ਹੁਣ ਇਸ ਫਾਰਮ ਦੇ ਅਕੋਰਡਿੰਗ 130 ਦੀ ਹੈਲਪ ਨਾਲ a ਤੇ b ਦੀ ਵੈਲਿਊ ਫਾਈਂਡ ਕਰਨੀ ਹੈ। ਸੋ ਇਹ ਸਵਾਲ ਆਪਾਂ ਆਪਸ਼ਨ ਦੇ ਵਿੱਚੋਂ ਵੀ ਸਿਲੈਕਟ ਕਰਦੇ ਹਾਂ ਕਿ a ਦੀ ਵੈਲਿਊ 2 ਤੇ b ਦੀ ਵੈਲਿਊ 4 ਇੱਥੇ ਪੁੱਟ ਕਰਕੇ ਦੇਖੋ। ਸੋ ਜਿਹੜੀ ਆਪਸ਼ਨ ਨੇ ਆਪਣੇ ਇਹਨਾਂ ਤਿੰਨਾਂ ਨੰਬਰ ਦੀ ਪ੍ਰੋਡਕਟ 180 ਬਣਾਤੀ ਨਾ, ਉਹ ਆਪਣਾ ਕੀ ਆਂਸਰ ਹੋਏਗਾ। ਠੀਕ। ਸੋ ਦੇਖੋ ਨੂੰ ਸੋਲਵ ਕਿਵੇਂ ਕਰਨਾ ਮੈਥਡ ਰਾਹੀਂ। 180 ਨੋਟ ਕਰੋ, 2 ਨਾਲ ਡਿਵਾਈਡ, ਪ੍ਰਾਈਮ ਫੈਕਟਰ ਬਣਾਉਣ ਮਤਲਬ ਆਪਾਂ 45 3 15 ਐਂਡ 5। ਸੋ ਆਪਾਂ 180 ਨੂੰ ਆਪਾਂ ਲਿਖਦੇ ਹਾਂ 2 ਦੀ ਪਾਵਰ 2 ਇੰਟੂ 3 ਦੀ ਪਾਵਰ 2 ਐਂਡ 5 ਪਾਵਰ 1। ਸੋ ਦੇਖੋ ਹੁਣ ਇਸ ਨੰਬਰ ਨੂੰ ਇਹਦੇ ਨਾਲ ਕਰੋ ਕੰਪੇਅਰ। ਸੋ 2 ਤਾਂ ਆਪਾਂ ਨੂੰ ਮਿਲ ਰਿਹਾ ਉਵੇਂ, 3 ਪਾਵਰ a ਹੈ, ਇੱਥੇ 3 ਪਾਵਰ 2 ਹੈ। ਸੋ ਇਟ ਮੀਨਸ a ਦੀ ਵੈਲਿਊ ਕਿੰਨੀ ਹੈ? 2 ਹੈ। ਸੋ ਇੱਥੇ ਜਸਟ b ਹੈ ਅਤੇ ਇੱਥੇ ਨਾ 5। ਸੋ b ਦੀ ਵੈਲਿਊ ਕਿੰਨੀ ਹੈ? 5। ਸੋ a ਦੀ ਵੈਲਿਊ 2 ਹੋਵੇ ਅਤੇ b ਦੀ ਵੈਲਿਊ 5 ਹੋਵੇ। ਆਪਸ਼ਨ ਨੰਬਰ 3 ਕੀ ਆਪਣਾ ਆਂਸਰ ਹੈ। ਹਾਂਜੀ, ਸਮ ਨੰਬਰ 4 ਦੇਖੋ। ਸੋ ਸਮ ਨੰਬਰ 4 ਵੀ ਆਪਣੀ ਪੇਪਰ 2013 ਵਿੱਚ ਆਇਆ ਸੀ। ਸੋ ਆਪਾਂ ਨੰਬਰ ਕਿੰਨਾ 3.6 ਇੰਟੂ 10 ਦੀ ਪਾਵਰ 2 ਐਂਡ 2.1 ਇੰਟੂ 10 ਦੀ ਪਾਵਰ -3 ਹੈ। ਸੋ 9 ਇੰਟੂ 10 ਦੀ ਪਾਵਰ 1 ਹੈ ਐਂਡ 4.05 ਇੰਟੂ 10 ਦੀ ਪਾਵਰ 8। ਸੋ ਇਹ ਚਾਰ ਆਪਾਂ ਨੂੰ ਨੰਬਰ ਗਿਵਨ ਹੈ। ਸੋ ਇਹਨਾਂ ਨੰਬਰਾਂ ਨੂੰ ਆਪਾਂ ਇਨਕਰੀਜ਼ਿੰਗ ਸੀਕੁਐਂਸ ਵਿੱਚ ਲਿਖਣਾ ਹੈ। ਸੋ ਇਹਨਾਂ ਚਾਰ ਆਪਸ਼ਨਾਂ ਵਿੱਚੋਂ ਆਪਾਂ ਦੇਖਣਾ ਹੈ, ਇਹਨਾਂ ਤਿੰਨ ਆਪਸ਼ਨਾਂ ਵਿੱਚੋਂ, ਇਹਨਾਂ ਚਾਰ ਆਪਸ਼ਨਾਂ ਵਿੱਚੋਂ ਆਪਾਂ ਦੇਖਣਾ ਕਿਹੜੀ ਆਪਸ਼ਨ ਕੀ ਹੈ ਇਨਕਰੀਜ਼ਿੰਗ ਸੀਕੁਐਂਸ ਵਿੱਚ ਅਰੇਂਜ ਹੈ। ਠੀਕ ਹੈ। ਸੋ ਫਸਟ ਆਪਾਂ ਇਹਨਾਂ ਨੰਬਰਾਂ ਨੂੰ ਸੋਲਵ ਕਰ ਲੈਂਦੇ ਹਾਂ। ਸੋ ਦੇਖੋ 3.6 ਇੰਟੂ 10 ਦੀ ਪਾਵਰ 2 ਇਹਨੂੰ ਆਪਾਂ ਲਿਖ 36/10 ਇੰਟੂ 10 ਦੀ ਪਾਵਰ 2। ਸੋ ਇਹ ਦੋਨੋਂ ਕੈਂਸਲ ਹੋ ਗਏ, 36 ਇੰਟੂ 10 ਬਚੇਗਾ। ਸੋ ਆਂਸਰ 360 ਆਏਗਾ। ਓਕੇ, ਇਹਨੂੰ ਸੋਲਵ ਕਰਦੇ ਹਾਂ, ਡੈਸੀਮਲ ਰਿਮੂਵ ਕਰਾਂਗੇ। ਸੋ ਇਹਦੀ ਪਾਵਰ ਨੈਗੇਟਿਵ ਹੈ, ਨੀਚੇ ਆ ਕੇ ਪੋਜ਼ੀਟਿਵ ਹੋ ਜਾਏਗਾ। ਸੋ ਇਹ ਬਣ ਜਾਏਗਾ 21/10 ਦੀ ਪਾਵਰ 4। ਸੋ ਇਟ ਮੀਨ 21/1 ਨਾਲ 4 0 ਆ ਜਾਏਗਾ। ਸੋ 0.0021 ਆ ਜਾਏਗਾ। ਸੋ ਇਹਨਾਂ ਦੋਨਾਂ ਦੀ ਮਲਟੀਪਲਾਈ 90 ਆ ਜਾਏਗੀ। ਸਿੰਪਲ ਹੈ। ਸੋ ਇਹਨੂੰ ਸੋਲਵ ਕਰਾਂਗੇ। ਸੋ ਫਸਟ ਆਪਾਂ ਡੈਸੀਮਲ ਰਿਮੂਵ ਕਰ ਦਿੰਦੇ ਹਾਂ, 10 ਦੀ ਪਾਵਰ 8 ਹੈ। ਸੋ ਇਹਨੂੰ ਸੋਲਵ ਕਰਾਂਗੇ, ਇਹਦੇ 100 ਆਏਗਾ। ਠੀਕ ਹੈ। 4.405/10 ਦੀ ਪਾਵਰ 2 ਇੰਟੂ 10 ਦੀ ਪਾਵਰ 8। ਸੋ ਜਿਹਨੂੰ ਦੋਨੋਂ ਕੈਂਸਲ ਹੋ ਗਏ, 400 ਇੰਟੂ 10 ਦੀ ਪਾਵਰ 6 ਆ ਜਾਏਗਾ। ਸੋ 405 ਨਾਲ 6 0 ਆ ਜਾਏਗਾ। ਠੀਕ। ਹੁਣ ਦੇਖੋ ਹੁਣ ਆਪਣੇ ਕੋਲ ਨੰਬਰ ਸੋਲਵ ਹੋ ਚੁੱਕੇ ਹੈ। ਸੋ ਇਹਨਾਂ ਨੰਬਰਾਂ ਵਿੱਚੋਂ ਸਿਲੈਕਟ ਕਰਨਾ ਕਿਹੜਾ ਨੰਬਰ ਕੀ ਹੈ ਛੋਟਾ, ਫਿਰ ਉਦੋਂ ਵੱਡਾ, ਫਿਰ ਉਦੋਂ ਵੱਡਾ, ਫਿਰ ਐਂਡ 'ਤੇ ਸਭ ਤੋਂ ਵੱਡਾ ਨੰਬਰ। ਮੀਨ ਇਹਨਾਂ ਚਾਰਾਂ ਨੰਬਰਾਂ ਵਿੱਚੋਂ ਆਪਾਂ ਹੁਣ ਇਨਕਰੀਜ਼ਿੰਗ ਆਰਡਰ ਸੈੱਟ ਕਰਨਾ ਹੈ। ਸੋ ਇਨਕਰੀਜ਼ਿੰਗ ਲਈ ਸਭ ਤੋਂ ਪਹਿਲਾਂ ਛੋਟਾ ਨੰਬਰ ਚਾਹੀਦਾ ਹੈ। ਸੋ ਛੋਟਾ ਨੰਬਰ ਕਿਹੜਾ ਆਪਣਾ 0.0021। ਓਕੇ, ਇਹ ਸਭ ਤੋਂ ਪਹਿਲੇ ਨੰਬਰ 'ਤੇ ਹੈ। ਉਸ ਤੋਂ ਬਾਅਦ ਸੈਕਿੰਡ ਨੰਬਰ 'ਤੇ 90 ਹੈਗਾ, ਥਰਡ ਨੰਬਰ 'ਤੇ 360 ਹੈਗਾ, ਫੋਰਥ ਨੰਬਰ 'ਤੇ ਇਹ ਵਾਲਾ। ਸੋ ਹੁਣ ਇਹ ਨੰਬਰ ਆਪਾਂ ਨੂੰ ਦੇਖੋ ਕਿਹੜੇ ਨੰਬਰ ਤੋਂ ਮਿਲ ਰਿਹਾ 2.1 ਇੰਟੂ 10 ਦੀ ਪਾਵਰ -3। ਸੋ ਫਸਟ ਨੰਬਰ 'ਤੇ ਇਹ ਵਾਲਾ ਨੰਬਰ ਆਏਗਾ, ਸੈਕਿੰਡ ਨੰਬਰ 2 ਇੰਟੂ 10 ਦੀ ਪਾਵਰ 1 ਆਏਗਾ, ਫਿਰ 3.6 ਇੰਟੂ 10 ਦੀ ਪਾਵਰ 2 ਆਏਗਾ ਐਂਡ ਫੋਰਥ ਨੰਬਰ 'ਤੇ ਇਹ ਵਾਲਾ। ਹੁਣ ਦੇਖੋ ਜੋ ਸੀਕੁਐਂਸ ਆਪਾਂ ਬਣਾਈ ਹੈ ਇਹ ਕਿਹੜੀ ਆਪਸ਼ਨ 'ਚ ਆਪਾਂ ਨੂੰ ਮਿਲ ਰਹੀ ਦੇਖੋ। ਫਸਟ ਆਪਾਂ ਨੂੰ ਚਾਹੀਦਾ 2.1 ਇੰਟੂ 10 ਦੀ ਪਾਵਰ -3। ਸੋ ਇਹ ਇਹਨਾਂ ਦੋਨਾਂ ਆਪਸ਼ਨ ਵਿੱਚੋਂ ਮਿਲ ਰਿਹਾ। ਫਸਟ ਆਪਾਂ ਨੂੰ ਮਿਲ ਰਿਹਾ, ਫਿਰ ਚਾਹੀਦਾ ਆਪਾਂ ਨੂੰ 9 ਇੰਟੂ 10 ਦੀ ਪਾਵਰ 1। ਸੋ ਉਹ ਮਿਲ ਰਿਹਾ ਆਪਾਂ ਨੂੰ ਥਰਡ ਆਪਸ਼ਨ ਵਿੱਚ। ਫਿਰ 3.6 ਵਾਲਾ ਉਹ ਵੀ ਥਰਡ ਆਪਸ਼ਨ 'ਚ ਹੈ। 4.05 ਉਹ ਵੀ ਆਪਣਾ ਥਰਡ ਆਪਸ਼ਨ 'ਚ। ਇਟ ਮੀਨ ਆਪਸ਼ਨ ਨੰਬਰ ਥਰਡ ਆਪਣਾ ਕੀ ਹੈ ਇਸ ਕੁਐਸਚਨ ਦਾ ਆਂਸਰ ਹੈ। ਠੀਕ। ਹਾਂਜੀ, ਸਮ ਨੰਬਰ 5 ਦੇਖੋ ਜੋ ਕਿ ਪੇਪਰ 2014 ਵਿੱਚ ਆਇਆ ਸੀ। ਦ ਟੋਟਲ ਨੰਬਰ ਆਫ ਪ੍ਰਾਈਮ ਫੈਕਟਰ ਇਨ ਦਾ ਪ੍ਰੋਡਕਟ 7 ਦੀ ਪਾਵਰ 7 9 ਦੀ ਪਾਵਰ 9 ਐਂਡ 15 ਦੀ ਪਾਵਰ 15। I mean ਜੋ ਇਹ ਆਪਾਂ ਨੰਬਰ ਪ੍ਰੋਡਕਟ ਵਿੱਚ ਦੇ ਰੱਖੇ ਨੇ ਨਾ, ਸੋ ਇਹਨਾਂ ਦੇ ਕੀ ਆਪਾਂ ਫੈਕਟਰਾਂ ਦੀ ਕੀ ਹੈ ਜੋ ਪ੍ਰਾਈਮ ਫੈਕਟਰਾਂ ਦੀ ਕੀ ਹੈ ਟੋਟਲ ਨੰਬਰ ਫਾਈਂਡ ਕਰਨੇ। ਠੀਕ ਹੈ। ਸੋ ਦੇਖੋ, ਸੋ ਆਪਣੇ ਕੋਲ ਨੰਬਰ ਕੀ ਬਣਾ 7 ਦੀ ਪਾਵਰ 7 9 ਦੀ ਪਾਵਰ 9 15 ਦੀ ਪਾਵਰ 15।
ओके सो 7 की पावर 7 सो 7 अपना प्राइम नंबर ही है, इन्हों इस तरह रखेंगे। सो 9 के प्राइम फैक्टर की बन गए 3 इंटू 3 पावर 9। सो 15 के प्राइम फैक्टर 3 इंटू 5 की पावर 15। ठीक, सो देखो 7 की पावर 7 3 पावर 9 इंटू 3 पावर 9 3 पावर 15 इंटू 5 की पावर 15। ओके ਸੋ ਨਾ ਜੋ ਇਹ ਪ੍ਰਾਈਮ ਫੈਕਟਰ ਆਪਣੇ ਆ ਰਹੇ ਨੇ ਪ੍ਰਾਈਮ ਫੈਕਟਰ, ਠੀਕ ਹੈ। ਸੋ ਇਹਨਾਂ ਦੇ ਆਪਾਂ ਟੋਟਲ ਨੰਬਰ ਫਾਈਂਡ ਕਰਨੇ ਆ ਕਿ ਕਿੰਨੇ ਵਾਰ ਆ ਰਹੇ ਆ। ਸੋ ਦੇਖੋ 7 ਕਿੰਨੀ ਵਾਰੀ ਆ ਰਿਹਾ, 7 ਟਾਈਮ ਆ ਰਿਹਾ। 9 3 ਕਿੰਨੇ ਟਾਈਮ ਆ ਰਿਹਾ, 9 ਟਾਈਮ। ਸੋ ਇਹ 3 ਵੀ 9 ਟਾਈਮ ਆ ਰਿਹਾ। 3 ਕਿੰਨੇ ਟਾਈਮ ਆ ਰਿਹਾ, 15 ਟਾਈਮ ਆ ਰਿਹਾ। ਸੋ ਇਹ 5 ਕਿੰਨੇ ਟਾਈਮ ਆ ਰਿਹਾ, 15 ਟਾਈਮ ਆ ਰਿਹਾ। ਸੋ ਇਹਨਾਂ ਨੂੰ ਕਰੋ ਐਡ, ਸੋ ਆਪਣਾ ਆਂਸਰ ਆਏਗਾ 55। ਸੋ ਆਪਸ਼ਨ ਨੰਬਰ ਸੈਕਿੰਡ ਆਪਣਾ ਕੀ ਆਂਸਰ ਹੈ। ਹਾਂਜੀ, ਅੱਗੇ ਸਮ ਨੰਬਰ 6 ਦੇਖੋ कि 3 ਦੀ ਪਾਵਰ x ਮਾਈਨਸ 3 ਦੀ ਪਾਵਰ x ਮਾਈਨਸ 1 ਇਜ਼ ਇਕੁਅਲ ਟੂ 18। ਸੋ ਇਹ ਆਪਾਂ ਨੂੰ ਇਕੁਏਸ਼ਨ ਗਿਵਨ ਹੈ। ਸੋ ਫਾਈਂਡ ਕਰਨਾ x ਦੀ ਪਾਵਰ x ਮਾਈਨਸ 1 ਇਜ਼ ਇਕੁਅਲ ਟੂ ਇਹਨਾਂ ਚਾਰ ਆਪਸ਼ਨ ਵਿੱਚੋਂ ਕੋਈ ਇੱਕ ਆਪਸ਼ਨ ਸਿਲੈਕਟ ਕਰਨੀ ਹੈ। ਸੋ ਫਸਟ ਆਪਾਂ ਨੂੰ ਗਿਵਨ ਕੀ ਹੈ 3 ਪਾਵਰ x ਮਾਈਨਸ 3 ਪਾਵਰ ਮਾਈਨਸ x ਇਜ਼ ਇਕੁਅਲ ਟੂ 18। ਸੋ ਹੁਣ ਇਹਨੂੰ ਆਪਾਂ ਲਿਖ ਸਕਦੇ ਹਾਂ 3 ਪਾਵਰ x ਮਾਈਨਸ 3 ਪਾਵਰ x ਬਾਈ 3 ਇਜ਼ ਇਕੁਅਲ ਟੂ 80। ਠੀਕ, ਸੋ ਹੁਣ ਪੂਰੀ ਟਰਮ ਦੇ ਵਿੱਚੋਂ ਜੋ ਇਹ ਵਾਲੀ ਟਰਮ ਹੈ ਨਾ, ਇਹਦੇ ਵਿੱਚੋਂ 3 पावर x लो कॉमन, सो बचेगा 1 माइनस 1/3 इज इक्वल टू 18। ठीक, तो सॉल्व कर दें 3 पावर x इज इक्वल टू 2/3 इज इक्वल टू 18। सो 3 पावर x इज इक्वल टू 18 इंटू 3/2। तो सॉल्व हो गए, बचेगा 3 पावर x इज इक्वल टू 27। सो 27 ਨੂੰ ਆਪਾਂ ਲਿਖਾਂਗੇ 3 ਪਾਵਰ 3। ओके सो इट मीन x की वैल्यू कितनी आ चुकी है, चो x की वैल्यू 3 आ चुकी है। सो ਹੁਣ x ਦੀ ਵੈਲਿਊ ਨੂੰ ਆਪਾਂ ਇਹਦੇ ਵਿੱਚ ਇੱਥੇ ਪੁੱਟ ਕਰ ਦਾਂਗੇ। ਸੋ ਦੇਖੋ 3 ਪਾਵਰ 3 ਮਾਈਨਸ 1। ਠੀਕ, ਸੋ ਇਟ ਮੀਨ 3 ਪਾਵਰ 2 ਆਏਗਾ। ਸੋ ਆਂਸਰ ਇਜ਼ 9। ਸੋ 9 ਮਿਲ ਰਿਹਾ ਆਪਾਂ ਨੂੰ ਆਪਸ਼ਨ ਨੰਬਰ ਸੈਕਿੰਡ। ਸੋ ਇਹ ਆਪਣਾ ਕੀ ਇਸ ਕੁਐਸਚਨ ਦਾ ਆਂਸਰ ਹੈ। ਓਕੇ, ਹਾਂਜੀ ਹੁਣ ਕਰਨ ਲੱਗਿਆ ਪੇਪਰ 2015 ਵਿੱਚ ਜੋ ਸਵਾਲ ਆਏ ਸੀ। ਸੋ ਸਮ ਨੰਬਰ 7 ਦੇਖੋ। ਸੋ ਏ ਦੀ ਆਪਾਂ ਨੂੰ ਇਹ ਵੈਲਿਊ ਗਿਵਨ ਹੈ 4√6/√2 + √3। ਸੋ ਹੁਣ ਇਸ ਏ ਦੀ ਵੈਲਿਊ ਇਹਦੇ ਵਿੱਚ ਪੁੱਟ ਕਰਨਾ। ਸੋ ਦੱਸਣਾ ਆਪਣਾ ਇਹਨਾਂ ਚਾਰ ਆਪਸ਼ਨ ਵਿੱਚੋਂ ਕਿਹੜਾ ਆਂਸਰ ਆਏਗਾ। ਠੀਕ ਹੈ, ਸੋ ਦੇਖੋ ਸੋ ਇਹ ਸਮ ਥੋੜ੍ਹਾ ਲੈਂਥੀ ਹੋਏਗਾ। ਏ ਦੀ ਵੈਲਿਊ ਕੀ ਹੈ ਆਪਣੇ ਕੋਲ 4√6/√2 + √3। ਸੋ ਹੁਣ ਆਪਾਂ ਕਰਾਂਗੇ ਰੈਸ਼ਨਲਾਈਜ਼। ओके सो रैशनलाइज करने अपना आंसर आएगा 4√12 माइनस 4√18 बाय सो a + b a माइनस b a स्क्वायर माइनस b स्क्वायर। सो स्क्वायर का रूट कैंसल हो जाएगा। सो 4 × 12 सो ਇਹਦਾ रूट की बनेगा देखो 12 का रूट कितना 2√3। सो 2√3 आ जाएगा। सो 4 की मल्टीप्लाई ये करेंगे अपना आंसर है 8 इंटू √3। सो 18 का रूट कितना है 3√2 होएगा। सो यदि मल्टीप्लाई ये करेंगे सो 12√2 बाय -1। सो -1 ये आप कॉमन करा उपरों -1 कॉमन लवेंगे। सो जी -कॉमन लवेंगे वो ये कैंसल हो जू तो इन्होंने दोनों साइन की चेंज हो जाएंगे। इट मीनस ए की वैल्यू अपने आएगी 12√2 -8√3। ओके सो पर साइन की जो माइनस कॉमन लै चुके हैं। हम इस वैल्यू आप ये पुट करा। सो देखो हम इस वैल्यू आप पुट करा। देखो 12√2 -8√3 बाय 12√2 इतने +2√2 आ जाएगा, नीचे -2√2 आ जाएगा प्लस फिर ए की वैल्यू पुट कर देते 12√2 -8√3 प्लस 2√3 आ जाएगा, नीचे 12√2 -8√3 -2√3 आ जाएगा। ठीक, सो सॉल्व करें देखो। सो ये दोनों प्लस हो जाएंगे, ये दोनों माइनस, दोनों प्लस दोनों माइनस। सो 14√2 -8√3 बाय 10√2 -8√3। ओके सो प्लस 14√3 -8√3। ओके सॉरी इतने ना गड़बड़ है, ये दोनों सॉल्व होंगे, इतने ये दोनों सॉल्व होंगे। ठीक है, सो 12√2 -6√3
रूट 3 बाय 12 रूट 2 माइनस 10 रूट 3। ओके, ਹੁਣ ਦੇਖੋ ਇੱਕ ਆਪਣੇ ਕੋਲ ਇਹ ਟਰਮ ਹੈ, ਇੱਕ ਆਪਣੇ ਕੋਲ ਇਹ ਵਾਲੀ ਟਰਮ ਹੈ। ਹੁਣ ਇਹਨਾਂ ਦੋਨਾਂ ਟਰਮਾਂ ਨੂੰ ਆਪਾਂ ਐਡ ਕਰਾਂਗੇ ਬਾਏ ਐਲਸੀਐਮ। ਸੋ ਐਲਸੀਐਮ ਕਿਵੇਂ ਲਵਾਂਗੇ, ਇਹਨਾਂ ਦੋਨਾਂ ਦੇ ਪ੍ਰੋਡਕਟ ਨੀਚੇ ਤੇ ਕ੍ਰਾਸ ਮਲਟੀਪਲਾਈ। ਸੋ ਦੇਖੋ 10 रूट 2 माइनस 8 रूट 3, सो 12 रूट 2 माइनस 10 रूट 3। सो ये मल्टीप्लाई करेंगे ये 14 रूट 2 माइनस 8 रूट 3, 12 रूट 2 माइनस 10 रूट 3 प्लस 10 रूट 2 माइनस 8 रूट 3 की मल्टीप्लाई करनी आप 12 रूट 2 माइनस 6 रूट 3। ठीक है, सो ये मल्टीप्लाई सॉल्व करके जो आंसर आएगा, सो ਹੁਣ ਇਹਨਾਂ ਦੋਨਾਂ ਬ੍ਰੈਕਟਾਂ ਦੀ ਮਲਟੀਪਲੀ ਇਹ ਵਾਲੀ ਆਏਗੀ। ਠੀਕ ਹੈ, ਸੋ ਹੁਣ ਆਪਾਂ ਇਹਨਾਂ ਨੰਬਰਾਂ ਨੂੰ ਐਡ ਕਰਾਂਗੇ। ਸੋ ਆਪਣਾ ਆਨਸਰ ਹੈਗਾ ਐਡ ਹੋ ਕੇ 960। ਸੋ रूट 6 ਵਾਲੇ ਨੰਬਰ ਆਪਾਂ ਐਡ ਕਰਾਂਗੇ। ਸੋ ਉਹਦਾ ਆਨਸਰ ਹੈਗਾ 29392 ਇੰਟੂ रूट 6 ਬਾਈ। ਸੋ ਹੁਣ ਆਪਾਂ ਇਹਨਾਂ ਦੋਨਾਂ ਨੰਬਰਾਂ ਨੂੰ ਐਡ ਕਰਾਂਗੇ 480 ਮਾਈਨਸ 196 रूट 2 ਆ ਜਾਏਗਾ, रूट 6 सॉरी। ठीक, ਸੋ ਹੁਣ ਇਹਦੇ ਉੱਪਰਲੇ ਨੰਬਰ ਵਿੱਚੋਂ ਆਪਾਂ 2 ਨੂੰ ਕਾਮਨ ਲਵਾਂਗੇ। ਸੋ 2 ਕਾਮਨ ਲਿਆ, ਨੀਚੇ ਉੱਪਰ ਬਚਿਆ 480 ਮਾਈਨਸ 196 रूट 6 ਬਾਈ 480 ਮਾਈਨਸ 19 रूट 6। ਇਹ ਦੋਨੋਂ ਕੈਂਸਲ, ਬਚਿਆ ਆਂਸਰ ਕੀ ਹੈ 2। ਸੋ ਇਟ ਮੀਨਸ ਆਪਣਾ ਆਂਸਰ ਆਏਗਾ ਆਪਸ਼ਨ ਨੰਬਰ 3, ਆਂਸਰ 2 ਆਏਗਾ। ਹਾਂਜੀ, ਸਮ ਨੰਬਰ 8 ਦੇਖੋ, ਇਹ ਸਮ ਵੀ 2015 ਵਿੱਚ ਆਇਆ ਸੀ। ਸੋ ਆਪਾਂ ਨੂੰ 10 ਦੀ ਪਾਵਰ x ਇਜ਼ ਇਕੁਅਲ ਟੂ 64 ਗਿਵਨ ਹੈ। ਸੋ ਫਾइंड करना 10 ਦੀ ਪਾਵਰ x/2 + 1। ਸੋ ਇਹ ਫਾइंड करना है। ਸੋ ਦੇਖੋ ਕਿਵੇਂ ਕਰਾਂਗੇ ਸਵਾਲ ਨੂੰ ਆਪਾਂ, ਕਿ ਆਪਣੇ ਕੋਲ 10 ਦੀ ਪਾਵਰ x/2 + 1 ਫਾइंड करना है। ਸੋ ਇਹਨੂੰ ਆਪਾਂ ਲਿਖ ਸਕਦੇ 10 ਦੀ ਪਾਵਰ x/2 ਇੰਟੂ 10 ਆਪਾਂ ਲਿਖ ਸਕਦੇ ਹਾਂ। ਠੀਕ ਹੈ ਜੀ, ਕਿ 10 ਦੀ ਪਾਵਰ 1 ਹੈ, ਬੇਸ ਸੇਮ ਹੋਣ ਤਾਂ ਪ੍ਰੋਡਕਟ ਵੇਲੇ ਪਾਵਰਾਂ ਕੀ ਪਲੱਸ ਹੋ ਜਾਂਦੀਆਂ। ਸੋ 10 ਦੀ ਪਾਵਰ x/2 ਨੂੰ ਆਪਾਂ ਲਿਖ ਸਕਦੇ ਹਾਂ 10 ਦੀ ਪਾਵਰ x ਇੰਟੂ 1/2 ਇੰਟੂ 10 ਦੀ ਪਾਵਰ 1। ਠੀਕ, ਸੋ 10 ਦੀ ਪਾਵਰ ਜੋ x ਹੈ ਇਹਦੀ ਵੈਲਿਊ ਆਪਾਂ ਨੂੰ ਕਿੰਨੀ 64 ਹੈ। ਸੋ 64 ਦੀ ਪਾਵਰ 1/2 ਹੋ ਜਾਏਗਾ ਇੰਟੂ 10 ਹੋ ਜਾਏਗਾ। ਸੋ 64 ਦੀ ਪਾਵਰ 1/2 ਦਾ ਆਂਸਰ ਆਏਗਾ, ਇਹਦਾ ਮਤਲਬ ਕੀ ਹੈ 64 ਦਾ ਅੰਡਰ ਰੂਟ। ਸੋ ਇਹਦਾ ਅੰਡਰ ਰੂਟ ਕਿੰਨਾ ਹੋਏਗਾ 8 ਹੋਏਗਾ ਇੰਟੂ 10, ਆਂਸਰ ਇਜ਼ 80। ਸੋ ਆਪਸ਼ਨ ਨੰਬਰ 3 ਕੀ ਆਪਣਾ ਆਂਸਰ। ओके, सो अगे देखो सम नंबर 9। सो अपने को गिवन की है ए दी पावर a इज इक्वल टू b दी पावर 2x, b इज इक्वल टू c दी पावर 2y एंड c इज इक्वल टू a दी पावर 2z। सो आप फाइंड करना है 8xyz। सो देखो, सो a इज इक्वल टू b दी पावर 2x है, बट b की वैल्यू कितनी है c दी पावर 2y। सो ये वैल्यू आप इत्थे पुट कर देंगे c दी पावर 2y, बट b की पावर कितनी 2x, ये पावर 2x हो जाएगा। इट मीन a इज इक्वल टू c की पावर 4xy हो गया। हम देखो c की वैल्यू कितनी है a की पावर 2z। सो a की पावर 2z आप c में पुट कर देंगे, c की पावर कितनी है 4xy है। सो इट मीन a इज इक्वल टू a की पावर 8xyz। सो इतने पावर 1 है। सो बेस सेम होना, इक्वलिटी वाले पावर की है इक्वल हो जाती है। सो 8xyz की वैल्यू कितनी 1 आ जाएगी। सो ऑप्शन नंबर 4 अपना की आंसर है। सो इस तरह 2015 सवाल अपने की कंप्लीट हो चुके हैं। हम कर लगे अपना 2016 में जो सवाल पेपर में आए थे। हाँ जी, सम नंबर 10 देखो जो कि पेपर 2016 में आया सी। सो 2016 में इस टॉपिक में सम सिर्फ एक सम ही आया है। सो जिद अपन रूट 3 की वैल्यू ये वाली गिवन है, रूट 3 इज इक्वल टू 3.162। सो रूट 10 है इतने, रूट 10। ओके, सो रूट 10 इज इक्वल टू 3.162। सो फाइंड करना 1/√10। सो ये 4 ऑप्शन ने। सो 1/√10 ਨੂੰ ਆਪਾਂ ਕਰਾਂਗੇ ਸਭ ਤੋਂ ਪਹਿਲਾਂ ਰੈਸ਼ਨਲਾਈਜ਼। सो रैशनलाइज करते अपने को लगेगा √10/10 आ जाएगा। ठीक है, सो √10 की वैल्यू पुट करेंगे 3.162/10। ठीक है, सो हम आप जो उपर डिनोमीनेटर है ये डेसीमल करो रिमूव। सो 130 इंटू 10। सो इट मीन 3162/10,000 मीन 140। ਹੁਣ ਇਸ ਫਰੈਕਸ਼ਨ ਨੂੰ ਆਪਾਂ ਡੈਸੀਮਲ 'ਚ ਕਰਾਂਗੇ ਕਨਵਰਟ। ਸੋ ਨੀਚੇ 40 ਹੈ, ਸੋ ਉੱਪਰੋਂ ਆਪਾਂ 4 ਡਿਜਿਟ ਛੱਡ ਕੇ ਡੈਸੀਮਲ ਲਗਾਵਾਂਗੇ। ਠੀਕ ਹੈ,
3.1.0 ਓਕੇ। ਡੈਸੀਮਲ ਤੋਂ ਬਾਅਦ ਮੀਨ ਇਟ ਮੀਨ ਡੈਸੀਮਲ ਤੋਂ ਬਾਅਦ 4 ਡਿਜਿਟ ਆਉਣੇ ਚਾਹੀਦੇ ਹੈ। ਸੋ ਹੁਣ ਇਹ ਆਪਸ਼ਨ ਮੇਰੀ 0.3162 ਹੁਣ ਇਹ ਆਪਸ਼ਨ ਮੇਰੀ ਆਪਾਂ ਨੂੰ ਫਸਟ। ਸੋ ਇਹ ਆਪਣਾ ਕੀ ਹੈ ਆਂਸਰ। ਸੋ ਇਸ ਨਾਲ ਆਪਣਾ ਚੈਪਟਰ ਨੰਬਰ 7 ਐਕਸਪੋਨੈਂਟ ਐਂਡ ਥਰਡ ਦੇ ਜੋ ਕੁਐਸਚਨ ਪੇਪਰ ਵਿੱਚ ਆਏ ਸੀ ਉਹ ਸੋਲਵ ਹੋ ਚੁੱਕੇ ਆ। ਹੁਣ ਕਰਾਂਗੇ ਟੌਪਿਕ ਨੰਬਰ B ਸਕੇਅਰ ਐਂਡ ਕਿਊਬ। ਹਾਂਜੀ ਟੌਪਿਕ B ਸਕੇਅਰ ਐਂਡ ਕਿਊਬ। ਸੋ ਇਹਦੇ ਵਿੱਚੋਂ ਪੇਪਰ ਆਇਆ ਸੀ ਆਪਣਾ 2013 ਵਿੱਚ ਇੱਕ ਪੇਪਰ ਸੋਰੀ ਇੱਕ ਕੁਐਸਚਨ, 14 ਵਿੱਚ ਵੀ ਇੱਕ ਕੁਐਸਚਨ ਅਤੇ 18 ਵਿੱਚ ਵੀ ਇੱਕ ਕੁਐਸਚਨ। ਠੀਕ ਹੈ। ਸੋ ਇਸ ਟੌਪਿਕ ਵਿੱਚੋਂ ਟੋਟਲ 3 ਕੁਐਸਚਨ ਆ ਚੁੱਕੇ ਨੇ। ਸੋ ਫਸਟ ਆਪਾਂ ਕਰਦੇ ਹਾਂ 2013 ਦਾ ਕੁਐਸਚਨ। ਅਤੇ ਸਟੇਟਮੈਂਟ ਦੇਖੋ ਕੀ ਹੈ ਕਿ ਕੋਈ ਸਿਨੇਮਾ ਹਾਲ ਹੈ ਜਿਹਦੇ ਵਿੱਚ ਟੋਟਲ 10 ਰੋ ਨੇ। ਠੀਕ ਹੈ 10 ਰੋ। ਸੋ ਉਹਨਾਂ ਰੋ ਦੇ ਉੱਪਰ ਕੀ 1 ਤੋਂ ਲੈ ਕੇ 10 ਤੱਕ ਕਾਊਂਟਿੰਗ ਕੀਤੀ ਹੋਈ ਹੈ। ਠੀਕ ਹੈ 1 ਤੋਂ ਲੈ ਕੇ 10 ਤੱਕ ਕੀ ਸੀਰੀ ਆ। ਸੋ ਉਸ ਸੀਰੀ ਵਿੱਚ ਦੇਖੋ ਕੀ ਹੈ ਕਿ ਅਨਮੈਚ ਨੰਬਰ ਹੈ 15 ਸੀਟ ਅਤੇ ਅਨਮੈਚ ਨੰਬਰ ਦੀਆਂ ਸੀਟ ਕਿੰਨੀਆਂ ਨੇ 15 ਨੇ। ਜੋ 16 ਸੀਟ ਨੇ ਉਹ ਕੀ ਨੇ ਮੈਚ ਨੰਬਰ। ਸੋ ਫਾਈਂਡ ਕਰਨਾ ਹੈ ਕਿ ਉਸ ਥੀਏਟਰ ਵਿੱਚ ਕਿੰਨੀਆਂ ਸੀਟ ਟੋਟਲ ਕਿੰਨੀਆਂ ਸੀਟ ਨੇ। ਠੀਕ ਹੈ ਰੋ ਕਿੰਨੀਆਂ ਨੇ 10। ਸੋ ਉਹਦੇ ਪਰ ਸੀਰੀਜ਼ ਕਿੰਨੀ ਹੈ 1 ਤੋਂ ਲੈ ਕੇ 10 ਤੱਕ। ਸੋ 15 ਕੀ ਹੈ ਅਨਮੈਚ, 16 ਕੀ ਹੈ ਮੈਚ। ਸੋ ਜੋ ਦੇਖੋ ਜੋ ਆਪਣੀ ਅਨਮੈਚ ਸੀਟ ਹੈ ਉਹ ਹੁੰਦੀਆਂ ਨੇ ਔਡ, ਉਹਨੂੰ ਆਪਾਂ ਕਹਾਂਗੇ ਔਡ। ਅਤੇ ਜਿਹੜੀ ਮੈਚ ਸੀਟ ਮੈਚਡ ਹੁੰਦੀਆਂ ਨੇ ਸੀਟ ਉਹ ਹੁੰਦੀਆਂ ਈਵਨ। ਓਕੇ। ਸੋ ਦੇਖੋ ਟੋਟਲ ਸੀਟ ਟੋਟਲ ਰੋ ਕਿੰਨੀਆਂ 10। ਸੋ ਜਿਹਦੇ ਵਿੱਚ 5 ਆਪਣੀ ਕੀ ਹੋਣਗੇ ਈਵਨ, 5 ਆਪਣੀ ਕੀ ਹੋਣਗੀਆਂ ਔਡ। ਸੋ ਇੱਕ ਔਡ ਵਿੱਚ ਕਿੰਨੀਆਂ ਸੀਟਸ ਨੇ 15 ਨੇ ਨਾ। ਇੱਕ ਔਡ ਵਿੱਚ ਕਿੰਨੀਆਂ ਨੇ 15 ਸੀਟ ਨੇ। ਸੋ 5 ਵਿੱਚ ਕਿੰਨੀਆਂ ਹੋਣਗੀਆਂ 5 × 15। ਓਕੇ। ਉਸੇ ਤਰ੍ਹਾਂ ਇੱਕ ਈਵਨ ਵਿੱਚ ਇਹ 5 ਈਵਨ ਹੈ ਇਹ 5 ਔਡ ਹੈ। ਸੋ ਇੱਕ ਈਵਨ ਵਿੱਚ ਕਿੰਨੀਆਂ ਸੀਟ ਨੇ 16 ਹੈ। ਸੋ 5 ਵਿੱਚ ਕਿੰਨੀਆਂ ਹੋਣਗੀਆਂ 5 × 16। ਸੋ ਇਹਨਾਂ ਦੋਨਾਂ ਪਲੱਸ ਕਰਕੇ ਆਪਣੇ ਕੋਲ ਟੋਟਲ ਸੀਟ ਆ ਜਾਣਗੀਆਂ। ਸੋ ਦੇਖੋ 75 + 80 = 155। ਸੋ ਸਿਨੇਮਾ ਦੇ ਵਿੱਚ ਥੀਏਟਰ ਦੇ ਵਿੱਚ ਕਿੰਨੀਆਂ ਸੀਟਸ ਨੇ 155 ਆਪਸ਼ਨ ਨੰਬਰ 4। ਹਾਂਜੀ ਸਮ ਨੰਬਰ ਸੈਕਿੰਡ ਦੇਖੋ ਟੌਪਿਕ ਚੱਲ ਰਿਹਾ ਆਪਣਾ ਸਕੇਅਰ ਐਂਡ ਕਿਊਬ। ਸੋ ਉਸ ਟੌਪਿਕ ਦੇ ਵਿੱਚੋਂ ਪੇਪਰ 2014 ਵਿੱਚ ਜੋ ਪੇਪਰ 'ਚ ਸਵਾਲ ਆਇਆ ਸੀ ਉਹ ਕਰਨ ਲੱਗੇ ਆ ਬਾਏ ਵਿਚ ਲਿਸਟ ਨੰਬਰ 128 ਬੀ ਮਲਟੀਪਲਾਈ ਟੂ obtain a ਨੰਬਰ ਵਿਚ ਇਜ਼ ਪਰਫੈਕਟ ਕਿਊਬ। ਕਿ 128 ਕੋਈ ਨੰਬਰ ਕੀ ਹੋਣਾ। ਸੋ ਇਸ ਨੰਬਰ ਨੂੰ ਕਿਹੜੇ ਨੰਬਰ ਨਾਲ ਮਲਟੀਪਲਾਈ ਕਰੀਏ ਕਿ ਆਪਾਂ ਨੂੰ ਕੀ ਪਰਫੈਕਟ ਕਿਊਬ ਮਿਲ ਜੇ। ਪਰਫੈਕਟ ਕੀ ਕਿਊਬ। ਸੋ ਦੇਖੋ ਕਿਊਬ ਵਾਸਤੇ ਸਭ ਤੋਂ ਪਹਿਲਾਂ ਆਪਾਂ 128 ਦੇ ਬਣਾਵਾਂਗੇ ਪ੍ਰਾਈਮ ਫੈਕਟਰ। ਠੀਕ ਹੈ। ਸੋ 64 ਆ ਜਾਏਗਾ, 32 ਆ ਜਾਏਗਾ, 16 8 4 ਐਂਡ 2 1। ਸੋ ਕਿਊਬ ਵਾਸਤੇ ਆਪਾਂ ਕੋਲ ਕੀ ਹੈ ਆਪਣੇ ਕੋਲ ਕੀ ਹੈ ਕਿ 3 ਨੰਬਰਾਂ ਦਾ ਜਿਹੜੇ ਸੇਮ 3 ਨੰਬਰ ਹੁੰਦੇ ਆ ਉਹਦਾ ਇੱਕ ਨੰਬਰ ਮੰਨ ਲੈਂਦੇ ਆ। ਠੀਕ ਹੈ। ਸੋ 2 1 ਟਾਈਮ ਆ ਗਿਆ ਇਟ ਮੀਨਸ। ਸੋ ਇਹਨਾਂ 3 2 ਦਾ ਆਪਾਂ ਇੱਕ ਪੇਅਰ ਬਣਾਵਾਂਗੇ A2 ਇੱਕ ਹੋ ਜਾਏਗਾ। ਸੋ A2 ਜਸਟ 1 ਟਾਈਮ ਆ ਰਿਹਾ ਹੈ। ਠੀਕ ਹੈ। ਸੋ A2 ਦੇ ਕਿੰਨੇ ਪੇਅਰ ਹੋਣੇ ਚਾਹੀਦੇ ਹੈ ਮਤਲਬ A2 ਆਪਣਾ 3 ਟਾਈਮ ਹੋਣਾ ਚਾਹੀਦਾ ਬਟ ਆਇਆ ਕਿੰਨੀ ਵਾਰੀ ਹੈ 1 ਟਾਈਮ। ਸੋ ਇਟ ਮੀਨਸ ਇਸ 2 ਨੂੰ ਆਪਾਂ 2 ਟਾਈਮ ਹੋਰ ਚਾਹੀਦਾ ਆਪਾਂ ਨੂੰ। ਸੋ ਇਟ ਮੀਨਸ ਇਹਦੇ ਵਾਸਤੇ ਆਪਾਂ ਨੂੰ ਕਿਊਬ ਪਰਫੈਕਟ ਕਿਊਬ ਬਣਾਉਣ ਲਈ ਤੋ ਦੇਖੋ ਇੱਕ ਵਾਰੀ ਫਿਰ ਇਹ ਪੇਅਰ ਬਣ ਗਏ। ਸੋ ਇਹਨੂੰ ਪੇਅਰ ਬਣਾਉਣ ਲਈ ਆਪਾਂ ਕੀ ਹੈ 2 ਨੂੰ 2 ਟਾਈਮ ਮਲਟੀਪਲਾਈ ਕਰਾਂਗੇ। ਓਕੇ 2 ਨੂੰ 2 ਟਾਈਮ ਮਲਟੀਪਲਾਈ ਕਿਉਂਕਿ ਪਰਫੈਕਟ ਕਿਊਬ ਬਣਾਉਣਾ ਹੈ। ਜੇਕਰ ਸਕੇਅਰ ਹੁੰਦਾ ਦੈਨ ਆਪਾਂ 2 ਨੰਬਰਾਂ ਦੇ ਪੇਅਰ ਬਣਾ ਲੈਂਦੇ ਇਸ ਤਰ੍ਹਾਂ। ਠੀਕ ਬਟ ਗੱਲ ਹੋ ਰਹੀ ਕਿਊਬ ਦੀ। ਸੋ ਆਪਾਂ 3 ਨੰਬਰ ਦਾ ਪੇਅਰ ਬਣਾਵਾਂਗੇ। ਸੋ ਇੱਥੇ ਅਗਰ ਪੇਅਰ ਨਹੀਂ ਬਣ ਰਿਹਾ 2 1 ਟਾਈਮ ਆਇਆ। ਸੋ 2 ਨੂੰ ਆਪਾਂ 2 ਟਾਈਮ ਆਪਦੇ ਕੋਲੋਂ ਮਲਟੀਪਲਾਈ ਕਰਾਂਗੇ। ਸੋ ਇਸ 2 ਦਾ ਆਂਸਰ ਜੋ ਇਹ 2 × 2 ਆਪਾਂ ਆਪਦੇ ਕੋਲੋਂ ਪਾਇਆ। ਸੋ ਇਹਦਾ ਆਂਸਰ ਕਿੰਨਾ 4। ਸੋ ਇਟ ਮੀਨਸ ਉਹ ਲਿਸਟ ਨੰਬਰ ਕਿਹੜਾ ਹੋਏਗਾ ਜਿਹਦੇ ਨਾਲ ਮਲਟੀਪਲਾਈ ਕਰਕੇ ਆਪਾਂ ਨੂੰ 128 ਕੀ ਪਰਫੈਕਟ ਕਿਊਬ ਬਣ ਜੂ ਉਹ ਆਪਸ਼ਨ ਨੰਬਰ 4 ਇਜ਼ ਆਂਸਰ। ਓਕੇ। ਸੋ ਇਹਦੇ ਨਾਲ ਇੱਕ ਕੁਐਸਚਨ ਹੋਰ ਆਇਆ 2018 ਵਿੱਚ ਕੁਐਸਚਨ ਨੰਬਰ 3 ਸਕੇਅਰ ਆਫ -0.02। ਸੋ 0.02 ਮਾਈਨਸ ਦਾ ਸਕੇਅਰ ਕਰਨਾ ਹੈ। ਇਟ ਮੀਨ 0.02 ਮਲਟੀਪਲਾਈ ਮਾਈਨਸ -0.02। तो नैगेटिव नंबर का स्केयर हमेशा पॉजिटिव होंगे। सो माइनस और माइनस कैंसल हो जाएगी। सो 2 की मल्टीप्लाई 2 ना करेंगे 4। सो हम आप लगाना डेसीमल। सो फस्ट नंबर देखो डेसीमल तो बाद कितने 2 नंबर। सो इतने भी कितने 2 नंबर। इट मीन आफ्टर मल्टीप्लाई अपने को डेसीमल तो बाद की है 4 नंबर होंगे डेसीमल तो बाद 1 2 3। ओके क्योंकि एक नंबर अपना ऑलरेडी सीगा। सो 3 जीरो मैं अपने कोल पानी 0.004 ऑप्शन नंबर 4। सो इस तरह ही अपना टॉपिक B स्केयर एंड क्यूब की है सॉल्व हो चुका है। हुण आपां करांगे स्केयर एंड क्यूब रूट। ठीक है स्केयर रूट एंड क्यूब रूट। सो इस टॉपिक दे विचों 2011 विच 2 सवाल, 2015 विचों 2 सवाल ते 2016 विचों 2 सवाल पेपर विच देखण नूं आए सी। ठीक है। सो सब तो पहले आपां 2011 विच जो पेपर च सवाल आया सी वो करदे हैं कि फस्ट क्वेश्चन है
कि 0.000216 का क्यूब रूट फाइंड करना है, क्यूब रूट। सो इनू आप किवें करांगे, सो 216 सो आप डेसीमल रिमूव करांगे, तो डेसीमल मतलब 6 अखर ने, सो 1 दे नाल कितने 6 जीरो मारने। ओके, सो हुण आपां देखो 216 का क्यूब रूट फाइंड करांगे। सो 216 का क्यूब रूट होंदा 6, तो किवें देखो 108 54 27 9 3। तो क्यूब रूट च पहलां भी गल कीती आपां कि 3 नंबरां दा एक पेयर मन्नांगे, ठीक है, जो 3 नंबर सेम है, तो 2 आ गया, ये 3, सो इन्होंने दोनों की मल्टीपल आ गई 6। सो इट मीन ਇਹਦਾ क्यूब रूट कितना है 6। सेम इस तरह ही ਇਹਦਾ क्यूब रूट कितना हो जाएगा 100 हो जाएगा, ठीक है 100। सो 6/100 ਨੂੰ ਆਪਾਂ ਕਰਾਂਗੇ ਡੈਸੀਮਲ ਦੇ ਵਿੱਚ ਚੇਂਜ, ਸੋ 0.06। ओके, सो इट मीन ऑप्शन नंबर 2 अपना की आंसर है, ठीक। सो इस तरह ही सम नंबर 2 देखो सॉल्व करते हैं, जो कि 2011 पेपर में सी कि हम आप इन्हों के अंडर रूट ਨੂੰ सॉल्व करना है। तो फस्ट आप सेम इस तरह ही इन्हों के डेसीमल रिमूव करेंगे, 1/100 का रूट आ जाएगा, प्लस 81/100 का रूट आ जाएगा, प्लस 121/100 का रूट आ जाएगा, प्लस 9 डेसीमल का 4 अखर ने, सो 1 के नाल 40 मीन 10,000। हम इन्हों के रूट सॉल्व करेंगे, 1 का रूट 1 ही होगा, 100 का रूट 10 हो जाएगा, 81 का रूट 9, सो 10, 121 का 11, यदा 10 हो जाएगा, 9 का रूट 3 है, तो यदा रूट कितना है 100। सो हम आप करेंगे ऐड 0.1 प्लस 0.9 प्लस 1.1 प्लस 0.03। ओके, सो हम इन सॉल्व करेंगे तो अपना ऐड करेंगे तो अपना आंसर है 2.13। तो देखो ऐड किमें करेंगे 0.1 0.9 1.1 0.03, इतने 00 312। सो 213 अपन ऑप्शन मिल रही है, ऑप्शन नंबर 4। ओके, तो इस तो बाद देखो सम नंबर 3। सम नंबर 3 जो पेपर 2015 में आया थी, तो देखो की है कि द होल रूट है, सो रूट के की है क्यूब रूट ऑफ 13,824 प्लस स्केयर रूट 5,776। ओके, सो यदा स्केयर रूट यदा क्यूब रूट इन्होंने दोनों प्लस करके जोड़ा हो आंसर का आप रूट करांगे। सो रूट का आंसर दसो की होगा, सो सिंपल। तो देखो कि सो 13,824 का क्यूब रूट कितना 24 होएगा। ओके, प्लस 5776 का रूट होएगा 76। सो इन्होंने दोनों के प्लस का आप करांगे रूट, सो इन्होंने दोनों करो ऐड 100 आ जाएगा, 100 का रूट कितना 10। सो इट मीन ऑप्शन नंबर फर्स्ट। ओके, सो अगे सम नंबर 4 देखो, ये भी 2015 में आया थी। देखो रूट ऑफ 48 माइनस रूट ऑफ 192 प्लस 75, ठीक। सो आप 48 का रूट फाइंड करेंगे, 48 का रूट फाइंड किमें होगा बाय प्राइम फैक्टर। तो देखो 48 24 है थे 12 6 3 नीचे। सो इन्होंने दोनों पेयर का 1 2 मनांगे, इन्होंने दोनों पेयर का 1 2 मनांगे, 3 का कोई पेयर बन नहीं रहा। सो इनू आप लिखांगे 48 में 4 रूट 3। सो सेम इस तरह 192 के पेयर बनावांगे आप 2 96 48 12 3। सो इस 2 का एक पेयर, इन्होंने दोनों 2 का एक पेयर, इन्होंने दोनों 2 का एक पेयर। सो इस 3 का कोई पेयर नहीं बन रहा, उन्होंने आप लिखांगे 248 माइनस 8 रूट 3 प्लस 75 का पेयर बनाओगे आप। देखो 75 रूट, सो ये 3 पर 25 5 5। सो इस 5 का पेयर बनेगा, 3 का पेयर नहीं बन रहा, सो इन्हों आप लिखांगे 5 रूट 3। सो हम इस टर्म को सॉल्व करांगे, रूट 3 तो कॉमन ही आ रहा है, तो लिखो 4 माइनस 8 प्लस 5। तो इन्होंने दोनों करो प्लस 9 9 चो 8 करो माइनस 1, तो 1 इंटू रूट 3, तो जस्ट रूट 3। सो देखो अपना आंसर है रूट 3।
ਬਟ ਆਪਸ਼ਨ ਦੇ ਵਿੱਚ ਕਿਤੇ ਵੀ √3 ਨਹੀਂ ਹੈ, ਠੀਕ ਹੈ। ਬਟ ਆਪਾਂ ਨੂੰ ਪਤਾ ਹੈ √3 ਦੀ ਵੈਲਿਊ ਹੈ ਉਹ ਕਿੰਨੀ ਹੁੰਦੀ ਹੈ, 1.732 ਹੁੰਦੀ ਹੈ। ਸੋ ਦੇਖੋ ਆਪਸ਼ਨ ਵਿੱਚ 1.732 ਕਿੱਥੇ ਹੈ, ਆਪਸ਼ਨ ਨੰਬਰ 3rd। ਓਕੇ ਹਾਂਜੀ, ਹੁਣ ਸਮ ਨੰਬਰ 5 ਜੋ ਕਿ ਪੇਪਰ 2016 ਵਿੱਚ ਆਇਆ ਸੀ। ਸੋ ਸਿੰਪਲ ਦੇਖੋ, ਆਪਾਂ ਇਸ ਨੰਬਰ ਦਾ ਸਕੇਅਰ ਰੂਟ ਫਾਈਂਡ ਕਰਨਾ ਹੈ। ਸੋ ਇਹਦੇ ਉੱਪਰ ਆਇਡੈਂਟੀ ਲੱਗੂ a+b a ਮਾਈਨਸ b ਇਜ਼ ਇਕੁਅਲ ਟੂ a ਸਕੇਅਰ ਮਾਈਨਸ b ਸਕੇਅਰ। ਸੋ a ਦੀ ਵੈਲਿਊ ਕਿੰਨੀ ਹੈ 7, b ਦੀ ਵੈਲਿਊ ਕਿੰਨੀ ਹੈ 3√5। ਸੋ ਇਹਨਾਂ ਦੋਨਾਂ ਵੈਲਿਊ ਨੂੰ ਆਪਾਂ ਇਸ ਫਾਰਮੂਲੇ ਵਿੱਚ ਪੁੱਟ ਕਰਾਂਗੇ। ਸੋ 7 ਦਾ ਸਕੇਅਰ ਮਾਈਨਸ 3√5 ਦਾ ਹੋਲ ਸਕੇਅਰ। ਸੋ 7 ਦਾ ਸਕੇਅਰ ਕਿੰਨਾ ਹੈਗਾ 49 ਹੋ ਜਾਏਗਾ। ਸੋ 3 ਇੰਟੂ √5 ਸਕੇਅਰ 45 ਹੋ ਜਾਏਗਾ। ਸੋ 45 ਕਿਵੇਂ ਬਣੇਗਾ, ਦੇਖੋ कि 3 इंटू 3 √5 इंटू √5 आएगा। सो 3 इंटू 3 9, √5 इंटू √5 5 हो जाएगा 45। 49 माइनस 45 आंसर 4 आ जाएगा। सो हम आप इस आंसर 4 का रूट कटना है। सो 4 का रूट कितना है 2। तो ऑप्शन नंबर 2 अपना की आंसर। अगे सम नंबर 6 देखो। सो लास्ट सम अपना चैप्टर का तो टॉपिक का भी कि मिस्टर त्यागी इज योगा इंस्ट्रक्टर, ही वांट इज 600 स्टूडेंट to sit in a such a manner that the number of row is equal to column. How many students will be left out in the arrangement? कि कोई त्यागी मिस्टर त्यागी है जो कि योगा टीचर ने, तो उन्होंने को टोटल 600 की है स्टूडेंट ने। सो उन्होंने 600 स्टूडेंट ਨੂੰ कुछ इस तरह नहीं करना कि उन्नी ही रो बन तो उन्नी की है कॉलम बन। कि मान लो 2 बच्चे इस रो च बैठे हैं, इस तरह रो च बैठे हैं, 4 बच्चे एक रो च बैठे हैं, तो 4 ही कॉलम बन, ठीक है। तो जो भी आप जिन्ने रो जिन्नियां कॉलम बनाने हो, ठीक है, उदों आप हमेशा स्केयर रूट ही फाइंड करने। सो बट इन्हें पूछे आपको कि जो आप जिन्ने रो है उन्ने कॉलम बनावे तो उस तरह अरेंजमेंट करने तो बाद किन्ने बच्चे है जो रो तो कॉलम की है अरेंजमेंट नहीं होंगे, वो बच्चे फाइंड करने जिन्हों रो एंड कॉलम अरेंजमेंट नहीं होएगा। सो आप स्केयर रूट फाइंड करेंगे बाय डिवीजन मैथड। तो देखो 600 नू करो 2, सो बनाओ पेयर। पहले आप 2 के उपर डिवाइड करेंगे 4। सो 6 माइनस 4 2। सो स्केयर रूट वेले हमेशा आप पेयर नू नीचे उतारेंगे, सो इतने डबल 0 आ जाएगा। तो इतने इस नंबर का स्केयर आ जाएगा 4। हम 4 के नाल आप कोई अजिहा नंबर अरेंज करना है कि उस नंबर की सेम उस नंबर का मल्टीप्लाई करिए या 200 आ जाए या उदों घट आ जाए। 4 दिन 1 लगावे तो 41 आ जाएगा। फिर 4 दिन 2 लगाओ तो 2 ना मल्टीप्लाई 84, 4 ना 3 लगाओ 129, 4 दिन 4 लगावे आप 176, 4 5 लगावे 225। सो 225 तो कुछ ज़्यादा ही हो गया। तो इसमें आप 4 यूज़ करेंगे। सो इतने 4 है, इतने 4 आएगा, तो आएगा 176 आंसर 24। सो 24 बच्चे इस तरह के है जो रो एंड कॉलम की अरेंज नहीं होंगे। ओके, सो ऑप्शन नंबर 2 अपना की आंसर। सो इस तरह अपना चैप्टर नंबर 7 की है कंप्लीट।